ਵਾਹਿਗੁਰੂ ਸਾਹਿਬ ਜੀਓ। ਸੂਰਠ ਮਹਲਾ ਪੰਜਵਾਂ। ਘਰ ਪਹਿਲਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਪਹਾਈ, ਕਰਨ ਕਾਰਨ ਸਮਰੱਥ। ਜਿਉ ਪਿੰਡ ਜਿਨ ਸਾਜਿਆ ਪਹਾਈ, ਦੇ ਕਰ ਆਪਣੀ ਵਥ। ਸਭ ਜਗ ਜਿਨਹਿ ਉਪਾਇਆ ਪਹਾਈ, ਕਰਨ ਕਾਰਨ ਸਮਰੱਥ। ਜਿਉ ਪਿੰਡ ਜਿਨ ਸਾਜਿਆ ਪਹਾਈ, ਦੇ ਕਰ ਆਪਣੀ ਵਥ। ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਰਹਾਉ। ਸੱਚੇ ਚਰਨ ਸਰੇਵੀ ਹੈ ਪਹਾਈ, ਭ੍ਰਮ ਭਉ ਹੋਵੈ ਨਾਸ। ਮਿਲ ਸੰਤ ਸਭਾ ਮਨ ਮਾਂਜੀਐ ਪਹਾਈ, ਹਰਿ ਕੈ ਨਾਮ ਨਿਵਾਸ। ਮਿਟੈ ਅੰਧੇਰਾ ਅਗਿਆਨਤਾ ਪਹਾਈ, ਕਮਲ ਹੋਵੈ ਪਰਗਾਸ। ਗੁਰ ਬਚਨੀ ਸੁਖ ਉਪਜੈ ਪਹਾਈ, ਸਭ ਫਲ ਸਤਿਗੁਰ ਪਾਸ। ਮੇਰਾ ਤੇਰਾ ਛੋਡੀਐ ਪਹਾਈ, ਹੋਈਐ ਸਭ ਕੀ ਧੂਰ। ਘਟ ਘਟ ਬ੍ਰਹਮ ਪਸਾਰਿਆ ਪਹਾਈ, ਵੇਖੈ ਸੁਣੈ ਹਜ਼ੂਰ। ਜਿਤ ਦਿਨ ਵਿਸਰੈ ਪਾਰ ਬ੍ਰਹਮ ਪਹਾਈ, ਤਿਤ ਦਿਨ ਮਰੀਐ ਝੂਰ। ਕਰਨ ਕਰਾਵਣ ਸਮਰੱਥੋ ਪਹਾਈ, ਸਰਬ ਕਲਾ ਭਰਪੂਰ। ਕਰਨ ਕਰਾਵਣ ਸਮਰੱਥੋ ਪਹਾਈ, ਸਰਬ ਕਲਾ ਭਰਪੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਪਾਤਸ਼ਾਹ ਦੇ ਹਜ਼ੂਰ ਹਾਜ਼ਰੀਨ ਸਤਸੰਗਤ ਜੀ, ਸ਼ਾਮ ਸਮੇਂ ਗੁਰਦਰਬਾਰ ਸ਼ਮੂਲੀਅਤ ਪਾਉਣ ਦਾ ਸੁਭਾਗ ਹੈ। ਵਡਭਾਗੀ ਹਾਂ। ਸਮਾਂ ਗੁਰਬਾਣੀ ਵਿਆਖਿਆਨ ਦਾ ਹੈ, ਜਿਸ ਵਿੱਚ ਸੋਰਠ ਰਾਗ ਦੇ ਅਸ਼ਟਪਦੀਆਂ ਦੇ ਵਾਕ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸੰਦੇਸ਼ ਵਿਚਾਰਿਆ ਜਾਂਦਾ ਹੈ। ਸ਼ਬਦ ਅਸ਼ਟਪਦੇ ਸਿਰਨਾਵਾਂ ਹੈ। ਟੋਟਲ ਪਦੇ 9 ਨੇ। ਹਰ ਇੱਕ ਪਦਾ 4 ਲਾਈਨਸ ਕੈਰੀ ਕਰ ਰਿਹਾ ਹੈ। 2 ਸਤਰਾਂ ਰਹਾਉ ਦੀਆਂ ਨੇ, ਸੋ ਗਾਲਬਨ 38 ਸਤਰਾਂ ਟੋਟਲ ਬਣਦੀਆਂ ਨੇ। ਸਮਾਂ ਸੀਮਤ ਹੁੰਦਾ ਸਾਡੇ ਕੋਲ, ਇਸ ਕਰਕੇ ਮੈਂ ਸਾਰਾ ਪਾਠ ਨਹੀਂ ਕੀਤਾ। ਮਾਤਰ ਸ਼ੁਰੂ ਦੀ ਸਤਰ ਤੇ ਉਪਰੰਤ 2 ਪਦੇ ਜਿਹੜੇ ਵਿਚਾਰਨੇ ਨੇ, ਉਹਨਾਂ ਦਾ ਪਾਠ ਆਪ ਨੂੰ ਸਰਵਨ ਕਰਵਾਇਆ। ਇੱਕ ਸਰਸਰੀ ਨਜ਼ਰ ਰਹਾਉ ਦੇ ਪਦੇ ਤੇ, ਜੋ ਕਿ ਮੁੱਖ ਸੁਨੇਹਾ ਹੈ, ਉਪਰੰਤ ਜੋ ਬਚਨ ਅਸੀਂ ਅੱਜ ਵਿਚਾਰਨਾ ਹੈ। ਗੁਰੂ ਅਰਜਨ ਸਾਹਿਬ ਜ਼ਿਕਰ ਕਰ ਰਹੇ ਸੀਗੇ, ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਮੇਰੇ ਮਨ ਜਪੀਐ ਹਰ ਭਗਵੰਤਾ। ਵਾਰ-ਵਾਰ ਬਾਣੀ ਕਹਿ ਰਹੀ ਹੈ, ਆਪਣੇ ਆਪ ਨਾਲ ਗੱਲ ਕਰ, ਆਪਣੇ ਆਪ ਨੂੰ ਐਡਰੈਸ ਕਰ, ਆਪਣੇ ਆਪੇ ਨੂੰ ਤੇ ਫੋਕਸ ਕਰ, ਐਮਫਸਾਈਜ਼ ਕਰ। ਆਪ ਅਹਿਸਾਸ ਕਰੋ, ਜੋ ਸਿੱਖੀ ਨੇ ਸੁਨੇਹਾ ਦਿੱਤਾ ਯੂਨੀਵਰਸਲ ਹੈ। ਇਹਦਾ ਤੁਸੀਂ ਡਿਫਰੈਂਟ ਐਂਗਲ ਤੋਂ ਦੇਖੋ। ਅੱਜ ਲੋਕੀ ਉਸ ਚੀਜ਼ ਨੂੰ ਐਗਜ਼ੈਕਟਲੀ ਉਸੇ ਟਰੈਕ ਤੇ ਆ ਰਹੇ ਨੇ।
ਸਾਡੀ ਕਾਉਂਸਲਿੰਗ ਦੇ ਵਿੱਚ ਇੱਕ ਥੈਰੇਪੀ ਰੀਸੈਂਟਲੀ ਜਿਹੜੀ ਇੰਟਰੋਡਿਊਸ ਕੀਤੀ ਗਈ ਸੀ, ਉਹਨੂੰ ਕਹਿੰਦੇ ਸਿਸਟੈਮਿਕ ਥੈਰੇਪੀ। ਸਿਸਟੇਮੈਟਿਕਲੀ ਚੀਜ਼ਾਂ ਨੂੰ ਅੰਡਰਸਟੈਂਡ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਕਿਸੇ ਨੂੰ ਸਰਵਿਸ ਪ੍ਰੋਵਾਈਡ ਕਰਨੀ, ਉਹਨੂੰ ਕੰਸਲਟੇਸ਼ਨ ਦੇਣੀ ਤਾਂ ਕਿ ਉਹਦਾ ਜੀਵਨ ਬਦਲ ਸਕੇ। ਉਹਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਬੰਦਾ ਆਪਣੇ ਆਪੇ ਨੂੰ ਸੰਬੋਧਨ ਕਰੇ, ਸੈਲਫ ਕਮਿਊਨੀਕੇਸ਼ਨ। ਇਹਦੇ 'ਚ ਇੰਝ ਜਾਣੋ ਕਿ ਸਪੋਜ਼ ਕਰੋ ਕਿਸੇ ਦੀ ਬਾਂਹ ਦੁਖਦੀ ਹੈ, ਉਹ ਲਿਟਰਲੀ ਕਹਿੰਦੇ ਬਾਂਹ ਨਾਲ ਗੱਲ ਕਰ। ਬਾਂਹ ਨੂੰ ਪੁੱਛ ਵੀ ਆਖਰਕਾਰ ਕੀ ਹੋਇਆ ਤੈਨੂੰ। ਬੰਦਾ ਕਹੇਗਾ ਇਹ ਕਿਹੜੀ ਗੱਲ ਹੋ ਗਈ, ਤੇ ਐਵੇਂ ਹੀ ਹੈ। ਐਕਚੁਅਲੀ ਹੈ ਕੀ ਹੈ ਕਿ ਤੁਸੀਂ ਜੋ ਪੀੜਾ ਹੈ, ਵੇਦਨ ਹੈ, ਜੋ ਤੁਹਾਡਾ ਅੰਗ ਆ, ਉਹਨੂੰ ਅਟੈਂਸ਼ਨ ਪੇ ਕਰ ਰਹੇ ਹੋ। ਐਂਡ ਵੈਨ ਯੂ ਆਰ ਪੇਇੰਗ ਅਟੈਂਸ਼ਨ, that time you are rethinking what has happened to this specific part. ਤੂੰ ਇਹਨੂੰ ਅਬਿਊਜ਼ ਕੀਤਾ, ਤੂੰ ਇਹਨੂੰ ਕੇਅਰਲੈਸ ਰਿਹਾ ਇਹਦੇ ਬਾਰੇ, ਤੂੰ ਬਹੁਤ ਜ਼ਿਆਦਾ ਛੋਟੀ ਜਿਹੀ ਚੀਜ਼ ਨੂੰ ਫੈਬਰੀਕੇਟ ਕਰ ਰਿਹਾ ਹੈ। ਸੋ ਇਹ ਸਾਰੇ ਨੂੰ ਤੁਸੀਂ ਰੀਵਿਜ਼ਿਟ ਕਰਦੇ ਹੋ, ਰੀਕਨਸੀਡਰ ਕਰਦੇ ਹੋ। ਇਹਦੇ ਵਿੱਚੋਂ ਚੀਜ਼ਾਂ ਫਿਰ ਬਾਹਰ ਨਿਕਲਦੀਆਂ। ਸਾਡੇ ਬੜੇ ਵੱਡੇ ਜਿਹੜੇ ਥੈਰੇਪੀ ਦੇ ਸਕਾਲਰ ਸੀਗੇ, ਉਹ ਇੱਕ ਵਾਰੀ ਪ੍ਰੈਜੈਂਟੇਸ਼ਨ ਕਰਨ ਲਈ ਆਇਆ ਬੰਦਾ। ਪ੍ਰੈਜੈਂਟੇਸ਼ਨ ਕਰਨ ਲਈ ਆਇਆ ਤੇ ਬੜੇ ਵੱਡੇ ਜਿਹੜੇ ਪ੍ਰੋਫੈਸ਼ਨਲਸ ਨੇ ਵਰਲਡ ਲੈਵਲ ਦੇ, ਉਹ ਉਹਦੀ ਪ੍ਰੈਜੈਂਟੇਸ਼ਨ ਜਿਹੜੀ ਉਹਦੀ ਕਨਵੈਨਸ਼ਨ ਹੈ ਅਟੈਂਡ ਕਰਨ ਲੱਗੇ ਨੇ। ਤੇ ਉਹ ਬੈਠਾ ਹੈਗਾ ਤੇ ਮਤਲਬ ਬੜਾ ਕਮਜ਼ੋਰ ਜਿਹਾ ਇਨਸਾਨ ਸਾਹਮਣੇ ਬੈਠਾ ਹੈ ਚੇਅਰ ਦੇ ਉੱਤੇ ਤੇ ਆਪਣਾ ਵਰਕ ਪ੍ਰਪੇਅਰ ਕਰ ਰਿਹਾ। ਸੌਰੀ। ਮੀਨਵਾਈਲ ਤੁਸੀਂ ਨੋਟ ਕਰ ਸਕਦੇ ਹੋ ਸਿਹਤ ਉਹਦੀ ਕੋਈ ਬਹੁਤੀ ਠੀਕ ਨਹੀਂ। ਉਹ 2-4 ਪਲ ਹੋਏ ਤੇ ਉਹ ਆਪਣੀ ਗੱਲ ਸ਼ੁਰੂ ਕਰਦਾ ਹੈ। ਕਹਿੰਦਾ ਜੀ ਗੱਲ ਇਹ ਹੈ ਕਿ ਮੈਂ ਤੁਹਾਡੇ ਸਾਹਮਣੇ 2 ਦਿਨ ਤੁਹਾਨੂੰ ਚੀਜ਼ਾਂ ਪ੍ਰੈਜ਼ੈਂਟ ਕਰਨੀਆਂ ਨੇ, ਪਰ ਮੈਂ ਇਕੱਲਾ ਨਹੀਂ ਹੈਗਾ, ਮੇਰੇ ਨਾਲ ਇੱਕ ਚੀਜ਼ ਹੋਰ ਹੈ। ਮੇਰੇ ਕੋਲ ਕੀ ਹੋਇਆ ਕਿ ਕੁਝ ਸਾਲ ਪਹਿਲਾਂ ਮੈਨੂੰ ਪਾਰਕਿੰਸਨ ਜਿਹਨੂੰ ਡਿਜ਼ੀਜ਼ ਹੈ ਜਿਹੜੀ ਇੱਕ, ਇਹ ਡਾਇਗਨੋਸ ਹੋਈ ਹੈ। ਹੁਣ ਉਹ ਕਾਫੀ ਸਵੀਅਰ ਲੈਵਲ ਤੇ ਆ ਰਹੀ ਹੈ। ਤੇ ਪਾਰਕਿੰਸਨ ਹੋਈ, ਬੜਾ ਪਰੇਸ਼ਾਨ ਸੀਗਾ, ਰੂਟੀਨ ਨਾਰਮਲ ਜ਼ਿੰਦਗੀ ਜਿਹੜੀ ਖਰਾਬ ਹੋ ਗਈ ਉਸ ਰੂਪ ਦੇ ਵਿੱਚ। ਫਿਰ ਮੈਂ ਨਾ ਇਹਦੇ ਨਾਲ ਗੱਲ ਕੀਤੀ, ਪਾਰਕਿੰਸਨ ਦੇ ਨਾਲ। ਮੈਂ ਨੈਗੇਟਿਵ ਲੈਣ ਦੀ ਬਜਾਏ ਪੋਜ਼ਿਟਿਵ ਲਿਆ। ਮੈਂ ਗੱਲ ਕੀਤੀ ਤੇ ਮੈਂ ਕਿਹਾ ਵੀ ਪਾਰਕਿੰਸਨ ਵੀ ਤੂੰ, ਕਹਿੰਦੀ ਵੀ ਹਾਂ ਮੈਨੂੰ ਕੋਈ ਲਾਈਕ ਤੇ ਨਹੀਂ ਕਰਦਾ, ਮੈਂ ਕਿਸੇ ਦੀ ਜ਼ਿੰਦਗੀ 'ਚ ਆਵਾਂ, ਪਰ ਮਦਰ ਨੇਚਰ ਦਾ ਲਾ ਆ, ਮੈਨੂੰ ਵੀ ਰਹਿਣਾ ਪੈਣਾ ਧਰਤੀ ਦੇ ਉੱਤੇ, ਸੋ ਮੈਂ ਤੈਨੂੰ ਪਿਕ ਕੀਤਾ ਰਹਿਣ ਵਾਸਤੇ। ਸੋ ਤੇਰੇ ਇਸ ਸਰੀਰ ਵਿੱਚ ਮੈਂ ਰਵਾਂਗੀ ਤੇ ਹੋ ਸਕਦਾ ਹੈ ਜਿੰਨੀ ਦੇਰ ਤੱਕ ਤੂੰ ਰਹੇ ਉਨੀ ਦੇਰ ਤੱਕ ਮੈਂ ਤੇਰੇ ਨਾਲ ਲਾਸਟ ਕਰਾਂ। ਮੈਂ ਕਿਹਾ ਵੀ ਤੇਰਾ ਤੇ ਮੇਰਾ ਤੇ ਬੜਾ ਲੰਬਾ ਸਾਥ ਹੈ, ਪਰ ਇਕੱਠੇ ਜਾਣਾ ਹੈ। ਤੋਂ ਕਹਿੰਦੇ ਹਾਂ। ਕਹਿੰਦੇ ਫਿਰ ਮੈਂ ਕਿਹਾ ਵੀ ਹਾਂ ਤੂੰ, ਕਹਿੰਦੀ ਹਾਂ ਜੇ ਤੂੰ ਮੈਨੂੰ ਬਹੁਤ ਜ਼ਿਆਦਾ ਅਟੈਂਸ਼ਨ ਪੇ ਕਰੇਂਗਾ, ਹਰ ਵਕਤ ਮੇਰੇ ਬਾਰੇ ਹੀ ਸੋਚੀ ਜਾਏਗਾ, ਤੇ ਫਿਰ ਦੇਖ ਤੈਨੂੰ ਮੈਂ ਬੌਦਰ ਕਰਾਂਗੀ। ਤੇ ਜੇ ਤੂੰ ਆਪਣੇ ਆਪ ਨੂੰ ਡਿਸਟਿੰਗੁਇਸ਼ ਕਰਕੇ ਆਪਣੇ ਕੰਮਾਂ ਕਾਰਾਂ 'ਚ ਆਪਣੇ 'ਚ ਬਿਜ਼ੀ ਰਹੇਗਾ ਤਾਂ ਮੈਂ ਵੀ ਤੈਨੂੰ ਤੰਗ ਨਹੀਂ ਕਰਾਂਗੀ। ਹੁਣ ਬਾਤ ਸੁਣੋ ਮੇਰੀ ਧਿਆਨ ਦੇ ਨਾਲ। ਤੇ ਹੁਣ ਮੇਰੇ ਬਾਰੇ ਬਹੁਤਾ ਨੈਗੇਟਿਵ ਨਾ ਸੋਚਿਆ ਕਰ, ਕੁਝ ਪੋਜ਼ਿਟਿਵ ਹੀ ਰੱਖਿਆ ਕਰ। ਤੂੰ ਕਹਿੰਦੇ ਹਾਂ। ਉਦੋਂ ਬਾਅਦ ਮੈਂ ਸੋਚਿਆ ਵੀ ਪਾਰਕਿੰਸਨ, ਹਾਂ ਤੂੰ ਆਖਰਕਾਰ ਕਿਸੇ ਨਾ ਪਾਰਕ ਦਾ ਸਨ ਆ, ਬੇਟਾ ਆ, ਤੂੰ ਬੱਚਾ ਆ ਤੇ ਤੂੰ ਮੇਰੇ ਨਾਲ ਆ। ਤੇ ਕਹਿੰਦਾ ਹੁਣ ਗੱਲ ਇਹ ਹੈ ਵੀ ਪਾਰਕਿੰਸਨ ਹੈਗੀ ਹੈ ਮੈਨੂੰ, ਤੇ ਤੁਸੀਂ ਸ਼ਾਇਦ ਨੋਟਿਸ ਕੀਤਾ ਹੋਣਾ ਮੈਂ ਥੋੜੀ ਦੇਰ ਬਾਅਦ ਕਦੀ ਬਾਂਹ ਐਵੇਂ ਨੂੰ ਕਰ ਦਿੰਦਾ ਵਾਂ, ਕਦੀ ਲੱਤ ਐਵੇਂ ਨੂੰ ਹੋ ਜਾਂਦੀ ਹੈ ਮੇਰੀ। ਇਹ ਐਕਚੁਅਲੀ ਜਿਹੜਾ ਇਹ ਬੇਟਾ ਹੈ ਨਾ ਕਿਸੇ ਦਾ ਪਾਰਕ ਦਾ, ਇਹ ਬੜਾ ਨੋਟੀ ਹੈ। ਇਹ ਮਤਲਬ ਇਸ ਤਰੀਕੇ ਨਾਲ ਇਲਤਾਂ ਕਰਦਾ ਥੋੜੀ ਦੇਰ ਬਾਅਦ, ਤੇ ਮੈਨੂੰ ਮੂੰਹ ਬਣਾਉਣ ਲਈ ਕਦੀ ਕਹਿੰਦਾ, ਕਦੀ ਇਸ ਰੂਪ ਦੇ ਵਿੱਚ। ਜੇ ਤੁਸੀਂ ਇਹਨੂੰ ਅਟੈਂਸ਼ਨ ਪੇ ਕਰੋਗੇ ਤੇ ਇਹ ਜ਼ਿਆਦਾ ਤੁਹਾਨੂੰ ਤੰਗ ਕਰੇਗਾ, ਤੇ ਜੇ ਤੁਸੀਂ ਇਹਨੂੰ ਅਵੋਇਡ ਕਰੋਗੇ ਤੇ ਫਿਰ ਇਹ ਬਹੁਤਾ ਤੰਗ ਨਹੀਂ ਕਰੇਗਾ ਤੁਹਾਨੂੰ। ਫਿਰ ਤੁਹਾਡਾ ਜਿਹੜਾ ਹੈਗਾ ਕੰਮ, ਤੁਹਾਡਾ ਤੇ ਮੇਰਾ ਅਸਲ ਕੰਮ ਜਿਹੜਾ ਉਹ ਈਜ਼ੀ ਹੋ ਜਾਏਗਾ। ਆਪ ਅੰਦਾਜ਼ਾ ਲਾਓ, ਉਹ ਕਹਿੰਦੇ 2 ਦਿਨ ਉਹਨੇ ਪ੍ਰੈਜੈਂਟੇਸ਼ਨ ਕੀਤੀ, ਪਤਾ ਵੀ ਨਹੀਂ ਲੱਗਾ ਬੰਦੇ ਨੂੰ ਕੋਈ ਇਸ਼ੂ ਹੈਗਾ।
ਐਕਚੁਅਲੀ ਜਿਹੜਾ ਸੈਲਫ ਕਮਿਊਨੀਕੇਸ਼ਨ ਹੈਗਾ ਇਹ ਬੜਾ ਜ਼ਰੂਰੀ ਹੈ। ਬੰਦਾ ਛੋਟੀ ਜੀ ਗੱਲ ਨੂੰ, ਇਸ਼ੂ ਨੂੰ ਫੈਬਰੀਕੇਟ ਕਰਕੇ ਆਪਣੇ ਮਨ ਤੇ ਕਿਤੇ ਬੋਝ ਪਾ ਲੈਂਦਾ ਲੰਮਾ ਚੌੜਾ। ਡੀਪ ਲੈਵਲ ਤੇ ਦੇਖੋਗੇ ਇਹ ਕਰਤਾਰ ਦਾ ਬਣਾਇਆ ਸੰਸਾਰ ਆ, ਇਹਦੇ ਚ ਡਾਇਵਰਸ ਰੰਗ ਨੇ, ਕਿਤੇ ਕਿਸੇ ਤਰ੍ਹਾਂ ਦਾ, ਕਿਤੇ ਕਿਸੇ ਤਰ੍ਹਾਂ ਦਾ। ਐਕਸੈਪਟ ਕਰੋ ਤੇ ਮਨ ਨੂੰ ਕੋ ਮਨਾ, ਹਰ ਤੱਤ ਚ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਜੇ ਉਹਦਾ ਹੁਕਮ ਹੈ ਉਹਦੇ ਹੁਕਮ ਵਿੱਚ ਰਾਜੀ ਰਹੋ। ਜਪੀਆ ਹਰ ਭਗਵੰਤਾ, ਇਹ ਹੈ। ਫਿਰ ਸਾਹਿਬ ਕਹਿੰਦੇ ਮੰਗ ਵੀ ਮੰਗ ਨਾਮ ਦਾਨ ਦੇ ਜਨੇ ਆਪਣੇ, ਮੈਨੂੰ ਆਪਣਾ ਜਨ ਬਣਾ, ਮੈਨੂੰ ਨਾਮ ਦੀ ਦਾਤ ਦੇ। ਤੇ ਨਾਮ ਦਾ ਦੂਜਾ ਮਤਲਬ ਹੀ ਅਕਲ ਆ, ਸਮਝ ਆ, ਸੋਝੀ ਆ, ਗਿਆਨ ਆ, ਜੀਵਨ ਦੇ ਸ਼ੁਭ ਗੁਣੇ ਨਾਮ ਆ ਜੀ। ਇਹ ਸਾਰੇ ਸਿਨੋਨਿਮ ਵਿੱਚ ਪੂਰੇ ਹੋ ਜਾਂਦੇ ਨੇ ਆ ਕੇ। ਦੁੱਖ ਦਰਦ ਕਾ ਹੰਤਾ, ਇਹ ਦੁੱਖ ਤੇ ਦਰਦ ਦੀ ਕਾਟ ਹੈ ਬੜੀ ਵੱਡੀ। ਬੰਦਾ ਉਨੀ ਦੇਰ ਤੱਕ ਹੀ ਦੁਖੀ ਹੈ ਜਿੰਨੀ ਦੇਰ ਤੱਕ ਨਾ ਸਮਝ ਆ। ਸਮਝ ਆ ਜੇ ਦੁੱਖ ਵੀ ਦੁੱਖ ਨਹੀਂਗਾ। ਨਾ ਸਮਝੀ ਦੇ ਵਿੱਚ ਹੀ ਆਲੇ ਦੁਆਲੇ ਦੀਆਂ ਚੀਜ਼ਾਂ ਬੌਦਰ ਕਰਦੀਆਂ ਨੇ। ਮੈਂ ਕਿੱਡੀ ਵੱਡੀ ਬਾਤ ਤੁਹਾਡੇ ਸਾਹਮਣੇ ਕਰ ਰਿਹਾ ਕਿ ਪਾਰਕਿੰਸਨ, ਲੋਕੀ ਨਾ ਸੁਣ ਕੇ ਕੰਬ ਜਾਂਦੇ ਨੇ। ਬੰਦਾ ਜੋ ਉਹਨੇ ਕਰਨਾ ਸੀਗਾ ਉਹੀ ਕਰ ਰਿਹਾ। ਤੇ ਬੜੇ ਉਹ ਕਹਿੰਦਾ ਆਖਰਕਾਰ ਕੁਦਰਤ ਦਾ ਨਿਯਮ ਹੈ, ਕੌਣ ਚਾਹੁੰਦਾ ਕੁਝ ਇਸ਼ੂ ਆਵੇ, ਪਰ ਇਹ ਹੈ ਇਸ਼ੂ ਆਉਂਦੇ ਨੇ, ਸਭ ਨੂੰ ਆਉਂਦੇ ਨੇ ਹੌਲੀ ਹੌਲੀ ਕਰਕੇ। ਕਿਸੇ ਨੂੰ ਇਹ ਹੈ, ਕਿਸੇ ਨੂੰ ਬੀ ਹੈ, ਕਿਸੇ ਨੂੰ ਸੀ ਹੈ, ਕਿਸੇ ਨੂੰ ਡੀ ਹੈ। ਜੀਵਨ ਹੈ ਹੀ ਇਹਦਾ ਨਾ। ਸੋ ਇਸ ਰੂਪ ਦੇ ਵਿੱਚ ਦੁੱਖ ਦਰਦ ਕਾ ਹੰਤਾ, ਸੋਝੀ ਲਿਆ ਕੇ ਦੁੱਖ ਦਰਦ ਤੋਂ ਉਸ ਤਾਬ ਨੂੰ ਘਟਾ ਕੇ ਬੰਦਾ ਅਸਲ ਜੀਵਨ ਨੂੰ ਮਾਣ ਸਕੇ, ਇਹ ਰਹਾ ਉਹਦਾ ਬੰਦਾ। ਹੁਣ ਹੈਗਾ ਜੋ ਬਚਨ ਅਸੀਂ ਅੱਜ ਵਿਚਾਰਨਾ ਸੀਗਾ, ਸਭ ਜ਼ਿਕਰ ਕਰ ਰਹੇ ਨੇ। ਸੱਚੇ ਚਰਨ ਸਰੇਵੀ ਹੈ ਭਾਈ, ਭ੍ਰਮ ਭਉ ਹੋਵੈ ਨਾਸ। ਸੱਚੇ ਚਰਨ ਸਰੇਵੀ ਹੈ ਭਾਈ, ਚਰਨਾਂ ਦੀ ਗੱਲ ਹੋ ਰਹੀ ਹੈ। ਤੇ ਚਰਨ ਦੀ ਜਿਹੜੀ ਲਿਟਰਲੀ ਟਰਾਂਸਲੇਸ਼ਨ ਹੈਗੀ ਏ ਉਹ ਬਣਦੀ ਹੈ ਪੈਰ। ਹੁਣ ਕਈ ਵਾਰ ਇਹ ਵੀ ਹੁੰਦਾ, ਜਿਵੇਂ ਆਪਾਂ ਅੰਗਰੇਜ਼ੀ ਜ਼ਬਾਨ ਨਾਲ ਇਹਨਾਂ ਮੁਲਕਾਂ ਦੇ ਵਿੱਚ ਸਾਰੇ ਕੰਮਕਾਰ ਕਰਦੇ ਹਾਂ, ਇਹ ਇੱਥੋਂ ਦੀ ਬਾਜ਼ਾਰ ਦੀ ਭਾਸ਼ਾ ਹੈ, ਵਪਾਰ ਦੀ ਭਾਸ਼ਾ ਹੈ, ਰੁਜ਼ਗਾਰ ਦੀ ਭਾਸ਼ਾ, ਇਹੀ ਭਾਸ਼ਾ ਸਾਰੀ। ਫਿਰ ਸਾਡੇ ਆਰ ਪਰਿਵਾਰਾਂ 'ਚ ਵੀ ਇਹੀ ਭਾਸ਼ਾ ਫਿਰ ਆ ਗਈ, ਕਿਉਂਕਿ ਐਕਚੁਅਲੀ ਸੋਚਿਆ ਵੀ ਜਦੋਂ ਸਭ ਕੰਮਕਾਰ ਹੀ ਇਹਦੇ ਨਾਲ ਚੱਲਣੇ ਨੇ ਤੇ ਕਿਉਂ ਨਾ ਆਪਣਾ ਕਮਿਊਨੀਕੇਸ਼ਨ ਵੀ ਇਹਦੇ ਨਾਲ ਹੀ ਕੀਤਾ ਜਾਏ। ਪਰ ਕਈ ਵਾਰ ਮੁਸ਼ਕਿਲ ਇਹ ਹੁੰਦੀ ਏ, ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਪ੍ਰੈਕਟਿਸਿਸ ਨੇ, ਜਿਹੜੀਆਂ ਸਾਡੀਆਂ ਸਪਿਰਿਚੁਅਲ ਟਾਈਜ਼ ਨੇ, ਉਹ ਕਈ ਵਾਰ ਦੂਜੀ ਲੈਂਗੁਏਜ ਉਸ ਲੈਵਲ ਤੇ ਸਾਨੂੰ ਉਹਨਾਂ ਦੇ ਨਾਲ ਐਸੋਸੀਏਸ਼ਨ ਬਿਲਡ ਨਹੀਂ ਕਰਨ ਦਿੰਦੀ। ਇੱਕ ਬੜਾ ਵੱਡਾ ਹਰਡਲ ਬਣ ਜਾਂਦਾ ਰਾਹ ਦੇ ਵਿੱਚ। ਜਿਵੇਂ ਸਪੋਜ਼ ਕਰੋ ਅਸੀਂ ਗੁਰਦੁਆਰੇ ਆਉਂਦੇ ਹਾਂ ਤੇ ਗੁਰਦੁਆਰੇ 'ਚ ਆਮ ਲਫ਼ਜ਼ ਕਿਹਾ ਜਾਂਦਾ ਹੈ ਵੀ ਚਰਨ ਧੂੜ ਮੱਥੇ ਨੂੰ ਲਾਓ, ਜਾਂ ਭਾਈ ਚਰਨਾਂ ਦੀ ਧੂੜ ਆ ਮੈਂ ਤੇ ਜਦੋਂ ਇਹਦੀ ਲਿਟਰਲੀ ਟਰਾਂਸਲੇਸ਼ਨ ਕਰੋਗੇ ਕੀ ਬਣੇਗੀ? ਡਸਟ ਆਫ ਫੀਟ। ਐਂਡ ਡਸਟ ਆਫ ਫੀਟ ਵਾਟ? ਲਿਟਰਲੀ ਟਰਾਂਸਲੇਸ਼ਨ ਹੈ, ਇੱਕ ਮੈਟਾਫੋਰ ਆ। ਜਦੋਂ ਇਹਨੂੰ ਡੀਪ ਲੈਵਲ ਤੇ ਅੰਡਰਸਟੈਂਡ ਕਰੋਗੇ ਤਾਂ ਮਤਲਬ ਕੀ ਬਣਦਾ? ਚਰਨ ਧੂੜ ਹੋ ਜਾਣਾ, ਕਿਸੇ ਦੀ ਹਲੀਮੀ 'ਚ ਆ ਜਾਣਾ, ਨਿਮਰਤਾ, ਹੰਬਲਨੈਸ, ਆਪਣਾ ਆਪਾਂ ਨਿਵਾ ਦੇਣਾ, ਮਿਟਾ ਦੇਣਾ, ਗਵਾ ਦੇਣਾ, ਇਹ ਰੂਪ ਆ ਗਿਆ। ਸੋ ਚਰਨ ਨੂੰ ਇਸ ਰੂਪ ਵਿੱਚ ਵੀ ਲਿਆ ਜਾਂਦਾ ਹੈਗਾ। ਫਿਰ ਜਦੋਂ ਕਿਸੇ ਦੇ ਚਰਨ ਫੜਨੇ, ਕਈ ਵਾਰੀ ਕਿਹਾ ਜਾਂਦਾ ਤੂੰ ਤੇ ਬਸ ਨਾ ਫਲਾਣੇ ਦੇ ਪੈਰ ਹੀ ਫੜ ਲੈ, ਮੁਆਫੀ ਮੰਗਣ ਵਾਲੀ ਗੱਲ ਵੀ ਹੁੰਦੀ ਹੈ। ਕਈ ਵਾਰ ਹੁੰਦਾ ਵੀ ਤੂੰ ਫਲਾਣੇ ਦੇ ਪੈਰਾਂ ਤੇ ਪੈਰ ਧਰ, ਫੋਲੋ ਕਰਨ, ਫੁੱਟ ਸਟੈਪਸ ਫੋਲੋ ਕਰਨੇ ਜਿਹੜੇ ਹੁੰਦੇ। ਇੱਥੇ ਗੁਰੂ ਸਾਹਿਬ ਕਹਿੰਦੇ ਸੱਚੇ ਚਰਨ ਸਰੇਵੀ ਹੈ। ਚਰਨ ਸਰੇਵੀ ਹੈ, all human beings are following actually someone's footsteps। ਅਸੀਂ ਸਾਰੇ ਕਿਸੇ ਨਾ ਕਿਸੇ ਦੇ ਜਿਹੜੇ ਫੁੱਟਪ੍ਰਿੰਟਸ ਨੇ ਫੋਲੋ ਕਰ ਰਹੇ ਹਾਂ। ਮਹਾਰਾਜ ਕਹਿੰਦੇ ਝੂਠੇ ਕਿਉਂ ਕਰਨੇ ਨੇ, ਸੱਚੇ ਕਰੋ। ਜੇ ਫੋਲੋਵਰ ਹੀ ਬਣਨਾ ਹੈ, ਜੇ ਕਿਸੇ ਨੂੰ ਫੋਲੋ ਹੀ ਕਰਨਾ ਹੈ ਤੇ ਸੱਚੇ ਨੂੰ ਕਰੋ, ਵਧੀਆ ਨੂੰ ਕਰੋ, ਉਮਦਾ ਨੂੰ ਕਰੋ, ਮਾੜੇ ਨੂੰ ਕਿਉਂ ਕਰੋ? ਜਿਵੇਂ ਸਪੋਜ਼ ਬੱਚੇ ਨੇ, ਇੱਥੇ ਮੈਂ ਦੇਖਦਾ ਵਾਂ ਉਹਨਾਂ ਦੇ ਆਈਡੀਅਲ ਕੀ ਬਣ ਜਾਂਦੇ ਨੇ। ਕੁਝ ਵਰੇ ਪਹਿਲਾਂ ਲੈਰੀ ਕਿੰਗ ਦੇ ਸ਼ੋਅ ਦੇ ਉੱਤੇ, CNN ਦੇ ਉੱਤੇ ਦਲਾਈ ਲਾਮਾ ਆਇਆ। ਬੜਾ ਹਾਜ਼ਰ ਜਵਾਬ ਬੰਦਾ ਹੈ, ਬੋਧੀ ਲੀਡਰ ਹੈ ਬੜਾ ਵੱਡਾ। ਤੇ ਉਹ ਸ਼ਾਇਦ ਉਹ ਮੇਰੇ ਖਿਆਲ 'ਚ ਲੈਰੀ ਕਿੰਗ ਦਾ ਉਹਦੇ ਨਾਲ ਆਖਰੀ ਇੰਟਰਵਿਊ ਸੀਗਾ ਉਸ ਸਮੇਂ। ਉਹਦੇ 'ਚ ਹੋਇਆ ਇਹ ਕਿ ਲੈਰੀ ਕਿੰਗ ਨੂੰ ਬਹੁਤ ਸਾਰੇ ਸਵਾਲ ਪੁੱਛਦਾ ਹੈ। ਇੱਕ ਸਵਾਲ ਉਹਨੇ ਵੀ ਪੁੱਛਿਆ ਵੀ ਤੂੰ ਵਰਲਡ ਵਾਈਡ ਬੜਾ ਹਾਜ਼ਰ ਜਵਾਬ ਬੰਦਾ ਹੈਗਾ, ਬੜਾ ਖੁਸ਼ ਰਹਿੰਦਾ ਹੈਗਾ, ਕਹਿੰਦਾ ਕਿਸੇ ਗੱਲ ਤੋਂ ਤੈਨੂੰ ਫਰਸਟ੍ਰੇਸ਼ਨ ਵੀ ਹੁੰਦੀ ਹੈ? ਮਤਲਬ ਤੇਰਾ ਦਿਮਾਗ ਚੱਕਿਆ ਜਾਂਦਾ, ਪਰੇਸ਼ਾਨ ਵੀ ਹੁੰਦਾ ਤੂੰ? ਕਹਿੰਦਾ ਹਾਂ ਹੁੰਦਾ। ਕਹਿੰਦਾ ਮੈਨੂੰ ਵੀ ਫਰਸਟ੍ਰੇਸ਼ਨ ਹੁੰਦੀ ਹੈ। ਜਿਸ ਗੱਲ ਤੋਂ ਮੈਨੂੰ ਫਰਸਟ੍ਰੇਸ਼ਨ ਹੁੰਦੀ ਹੈ
ਇਹ ਕੋਈ ਆਮ ਛੋਟਾ ਕਾਰਨ ਨਹੀਂ, ਇਹ ਵੀ ਇੱਕ ਨੋਬਲ ਕਾਰਨ ਹੀ ਹੈ, ਬੜੇ ਵੱਡੇ ਇੱਕ ਨੋਬਲ ਜਿਹੜਾ ਹੈਗਾ ਰੀਜ਼ਨਿੰਗ ਇਹਦੇ ਪਿੱਛੇ। ਉਹ ਕਹਿੰਦੇ ਕੀ ਰੀਜ਼ਨਿੰਗ ਹੈ? ਕਹਿੰਦੇ ਰੀਜ਼ਨਿੰਗ ਇਹ ਹੈ, ਮੈਂ ਅੱਜ ਦੀ ਯੰਗ ਜਨਰੇਸ਼ਨ ਨੂੰ ਦੇਖਦਾ ਹਾਂ, ਤੇ ਯੰਗ ਜਨਰੇਸ਼ਨ ਦੇ ਜਿਹੜੇ ਰੋਲ ਮਾਡਲ ਨੇ, ਜਿਵੇਂ ਦੀ ਯੰਗ ਜਨਰੇਸ਼ਨ ਬਣਨਾ ਚਾਹੁੰਦੀ ਹੈ, ਉਹ ਰੋਲ ਮਾਡਲ ਸਾਰੇ ਹੀ ਗਲਤ ਨੇ। ਨੱਚਣ ਵਾਲੇ, ਐਕਟਿੰਗ ਕਰਨ ਵਾਲੇ, ਐਵੇਂ ਦੇ ਲੋਕ। ਕਹਿੰਦਾ ਜਿਨ੍ਹਾਂ ਦਾ ਸੋਸ਼ਲ ਸਟਰਕਚਰ ਦੇ ਵਿੱਚ ਇਸ ਮਨੁੱਖਤਾ ਦੇ, ਇਸ ਧਰਤੀ ਦੇ ਚੰਗੇਰੇਪਨ ਦੇ ਵਿੱਚ ਜ਼ੀਰੋ ਕੰਟਰੀਬਿਊਸ਼ਨ ਹੈ। ਕਹਿੰਦਾ ਇਟ ਬੋਦਰਸ ਮੀ, ਇਹ ਬੋਦਰ ਕਰਦਾ ਮੈਨੂੰ। ਮੇਰੀ ਫਰਸਟ੍ਰੇਸ਼ਨ ਇਹ ਹੈ, ਐਕਚੁਅਲ ਲੈਵਲ ਤੇ ਦੇਖੀਏ ਤੇ ਬੰਦਾ ਝੂਠੇ ਚਰਨ ਫੋਲੋ ਕਰ ਰਿਹਾ ਹੈ, ਭੱਜ ਰਿਹਾ ਰੋਲ ਮਾਡਲ ਕਿਹੋ ਜਿਹੇ ਬਣਾ ਲਏ, ਆਈਡੀਅਲ ਕਿਹੋ ਜਿਹੇ ਬਣਾ ਲਏ, ਕਿੰਨਾਂ ਦੇ ਮਗਰ ਭੱਜ ਰਹੇ ਆ। ਇਹ ਜ਼ਿੰਦਗੀ ਸਿਰਫ ਹਰ ਵਕਤ ਨੱਚਣਾ ਟੱਪਣਾ ਹੱਸਣਾ ਤੇ ਮਸ਼ਕਰੀਬਾਜ਼ੀ, ਇਹੀ ਜ਼ਿੰਦਗੀ ਹੈ? ਇਟਸ ਨਥਿੰਗ। ਇਹ ਚੀਜ਼ਾਂ ਆਟੇ 'ਚ ਲੂਣ ਦੀ ਤਰ੍ਹਾਂ ਹੀ ਚੰਗੀਆਂ ਲੱਗਦੀਆਂ ਨੇ। ਲੂਣ ਆ, ਲੂਣ ਤੋਂ ਬਿਨਾਂ ਆਟਾ ਬੇਸਵਾਦਾ ਲੱਗਦਾ, ਨੋ ਡਾਊਟ। ਹਾਸ ਰਸ, ਜ਼ਿੰਦਗੀ ਦੇ ਸਭ ਰਸ ਚਾਹੀਦੇ ਨੇ, ਪਰ ਤੁਸੀਂ ਲੂਣ ਮਿਕਦਾਰ ਤੋਂ 2 ਚੁਟਕੀਆਂ ਵੱਧ ਪਾ ਦਿਓ, ਕੀ ਹੋਏਗਾ? ਕੌੜਾ, ਜ਼ਹਿਰ। ਐਕਚੁਅਲ ਲੈਵਲ ਤੇ ਸੰਸਾਰ ਐਵੇਂ ਦਾ ਬਣਾ ਲਿਆ। ਸੰਸਾਰ ਦੇ ਵਿੱਚ ਉਹਨਾਂ ਵਰਗੇ ਕੱਪੜੇ, ਉਹਨਾਂ ਵਰਗੇ ਖਾਣਾ ਪਾਣਾ, ਮਤਲਬ ਬੰਦਾ ਉਹੀ ਬਣਨ ਦਾ ਯਤਨ ਕਰ ਰਿਹਾ, ਰਾਤ ਦਿਨ ਫੁੱਟਪ੍ਰਿੰਟ ਫੋਲੋ ਕਰ ਰਿਹਾ, ਤੇ ਆਖਰਕਾਰ ਜਾਏਗਾ ਕਿਤੇ? ਗਰਕ ਹੋਣ ਵਾਲੀ ਜਗ੍ਹਾ ਤੇ। ਇੱਥੋਂ ਹੀ ਅਲਾਮਤ ਆ ਰਹੀ ਸਾਰੀ। ਮਹਾਰਾਜ ਕਹਿੰਦੇ ਜੇ ਫੁੱਟਪ੍ਰਿੰਟ ਹੀ ਫੋਲੋ ਕਰਨੇ ਨਹੀਂ ਨਾ, ਸੱਚੇ ਸਰਨ ਚਰਨ ਸਰੇਵੀ ਹੈ, ਉਹਦੇ ਵਾਸਤੇ ਤੁਰੀ। ਅਸਲ ਫੁੱਟ ਸਟੈਪਸ ਜਿਹੜੇ ਨੂੰ ਫੋਲੋ ਕਰ। ਤੇ ਗੁਰੂ ਸਾਹਿਬ ਨੇ ਤੇ ਪੂਰੀ ਦੀਆਂ ਪੂਰੀਆਂ ਸਾਡੇ ਵਾਸਤੇ ਰਾਹਾਂ ਬਣਾਈਆਂ। ਆਪ ਅੰਦਾਜ਼ਾ ਲਾਓ, ਜੀਵਨ ਵਿੱਚ ਜੀਨੇ ਆ, ਹੱਕ ਸੱਚ ਦੇ ਉੱਤੇ ਖੜੀਏ, ਹੱਕ ਸੱਚ ਦੀ ਰੋਟੀ ਕਮਾਈਏ, ਆਲੇ ਦੁਆਲੇ ਦਾ ਭਲਾ ਕਰੀਏ, ਹੋ ਸਕੇ ਕਿਸੇ ਦਾ ਦੁੱਖ ਵੰਡਾਈਏ, ਇਹ ਗੁਰਮਤ ਹੈ ਨਾ। ਹੋ ਸਕੇ ਕਿਸੇ ਦੇ ਕੰਮ ਆ ਸਕੀਏ, ਇਹ ਗੁਰਮਤ ਹੈ ਨਾ। ਇਹ ਸੱਚੇ ਚਰਨ ਸਰੇਵੀ ਹੈ। ਕਿਸੇ ਦੇ ਪਰਉਪਕਾਰਤਾ ਦਾ ਕਾਰਜ ਕਰੀਏ, ਇਹੋ ਜਿਹਾ ਰੋਲ ਮਾਡਲ ਹੋਏ ਸਾਡਾ। ਇਹ ਭਗਤੀ ਹੈ, ਇਹ ਬੰਦਗੀ ਹੈ। ਮਹਾਰਾਜ ਕਹਿੰਦੇ ਇਹ ਹੈ ਦੁੱਖ ਦਰਦ ਕਾ ਹੰਤਾ। ਜਦੋਂ ਕਿਸੇ ਦੇ ਦੁੱਖ ਦਾ ਦਾਰੂ ਬਣੇਗਾ, ਤੇਰੇ ਜੀਵਨ 'ਚ ਦੁੱਖ ਘਟ ਜਾਣਗੇ। ਅੱਜ ਸਵੇਰੇ ਆਪਾਂ ਬਚਨ ਵਿਚਾਰ ਰਹੇ ਸੀ ਭਗਤ ਫਰੀਦ ਜੀ ਦਾ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹ ਆਗ। ਇਹਦੇ ਉੱਤੇ ਕਿਸੇ ਨੇ ਬਹੁਤ ਉਮਦਾ ਕਿਸਮ ਦਾ ਇੱਕ ਵਾਰੀ ਗਜ਼ਲਨੁਮਾ ਬਾਤ ਲਿਖੀ ਸੀ। ਉਹ ਕਹਿੰਦਾ ਕਿ ਮੈਂ ਸੋਚਦਾ ਸੀ ਮੈਂ ਹੀ ਦੁਖੀ ਹਾਂ, ਪਰ ਕਹਿੰਦਾ ਜਦੋਂ ਆਲੇ ਦੁਆਲੇ ਦੇਖਿਆ ਨਾ, ਦੁਨੀਆ ਮੇਂ ਕਿਤਨਾ ਗਮ ਹੈ, ਮੇਰਾ ਗਮ ਕਿਤਨਾ ਕਮ ਹੈ। ਮੈਂ ਆਪਣੀ ਤਕੜੀ ਧਰ ਕੇ ਤੋਲੀ ਜਾਂਦਾ ਸੀ, ਮੈਂ ਬੜਾ ਦੁਖੀ ਹਾਂ। ਜਦੋਂ ਆਲੇ ਦੁਆਲੇ ਦੇਖਿਆ, ਪਤਾ ਲੱਗਾ ਓ ਹੋ ਮੈਨੂੰ ਤਾਂ ਦੁੱਖ ਹੈ ਹੀ ਨਹੀਂਗਾ। ਆਪ ਅਹਿਸਾਸ ਕਰੋ, ਮੈਂ ਕੈਮ ਵਿੱਚ ਕੈਨੇਡੀਅਨ ਐਡਿਕਸ਼ਨ ਐਂਡ ਮੈਂਟਲ ਹੈਲਥ ਜਾਣਾ, ਬੰਦਾ ਸੋਚ ਨਹੀਂ ਸਕਦਾ ਕਰਤਾਰ ਨੇ ਕੀ ਬਖਸ਼ਿਆ ਤੈਨੂੰ। ਉੱਥੇ ਤੁਰੇ ਫਿਰਦੇ ਬੰਦੇ ਵੇਖੀਦੇ ਨੇ, ਜਿਨ੍ਹਾਂ ਨੂੰ ਨਰਸਾਂ ਸਾਂਭ ਰਹੀਆਂ ਨੇ, ਸਾਰਾ ਕੁਝ ਹੋ ਰਿਹਾ ਹੈ। ਅਹਿਸਾਸ ਆਉਂਦਾ ਹੈ ਕਾਹਦਾ ਜੀਵਨ ਆ। ਮਾਲਕ ਤੇਰਾ ਕੋਟਾਨ ਕੋਟ ਧੰਨਵਾਦ। ਕਿਸੇ ਦਾ ਦਰਦ ਵੇਖੋ, ਪੀੜਾ ਵੇਖੋ, ਵੇਦਨ ਵੇਖੋ, ਬਾਂਹ ਫੜੋ ਉਹਦੀ, ਤੁਹਾਡਾ ਦਰਦ ਤੇ ਆਪਣੇ ਆਪ ਛੂ ਮੰਤਰ ਹੋ ਜਾਣਾ। ਇਹ ਗੁਰੂ ਸਾਹਿਬ ਨੇ ਸਿਖਾਇਆ। ਗੁਰੂ ਸਾਹਿਬ ਨੇ ਕਿਹਾ ਐਵੇਂ ਨਾ ਕੋਈ ਮਾੜੀ ਜੀ ਸੂਲ ਚੁੱਭੇ ਤੇ ਭਟਕ ਜਾਏ। ਇਹਨੂੰ ਅਸੀਂ ਬਚਨ ਪੜ੍ਹਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਂ ਕੈ ਕੰਚਨ ਮਾਟੀ ਮਨ। ਉਹ ਮਾੜੇ ਮੋਟੇ ਦੁੱਖਾਂ ਨੂੰ ਦੁੱਖ ਹੀ ਨਹੀਂ ਮੰਨਦੇ। ਉਹ ਕਹਿੰਦੇ ਕਾਹਦਾ ਦੁੱਖ ਆ, ਇਹ ਤੇ ਕਰਤਾਰ ਦੀ ਬਖਸ਼ਿਸ਼ ਆ ਜੋ ਹੈ। ਉਹ ਕਹਿੰਦੇ ਨਹੀਂ ਨਹੀਂ, ਤੈਨੂੰ ਤੇ ਬੜੀ ਪਰੇਸ਼ਾਨੀ ਮਿਲ ਗਈ ਤੈਨੂੰ ਤੇ। ਉਹ ਕਹਿੰਦੇ ਨਹੀਂ ਨਹੀਂ, ਤੈਨੂੰ ਨਹੀਂ ਪਤਾ, ਅਸਲ 'ਚ ਅਕਾਲ ਪੁਰਖ ਵਾਹਿਗੁਰੂ ਨੇ ਕੁਝ ਪਾਠ ਹੀ ਪੜਾਇਆ, ਕੁਝ ਲੈਸਨ ਹੀ ਦਿੱਤਾ ਹੈਗਾ। ਇਸ ਕਰਕੇ ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ। ਇਹ ਦੁੱਖ ਵੀ ਮੇਰੇ ਲਈ ਦਾਰੂ ਬਣ ਗਿਆ, ਮੈਨੂੰ ਕਰਤਾਰ ਨੇ ਵਿਧ ਬਣਾ ਦਿੱਤੀ ਇਸ ਰੂਪ ਦੇ ਵਿੱਚ। ਸੋ ਸਾਹਿਬ ਜ਼ਿਕਰ ਕਰਦੇ ਇਹੋ ਜਿਹੇ ਸੱਚੇ ਚਰਨ ਸਰੇਵੀ ਹੈ, ਇਹਦੇ ਮਗਰ ਭੱਜ। ਭਾਈ ਭਰਮ ਭਉ ਹੋਵੈ ਨਾਸ। ਭਰਮ ਤੇ ਭਉ, ਇਹ ਦੋ ਚੀਜ਼ਾਂ ਬਹੁਤ ਪਰੇਸ਼ਾਨ ਕਰਦੀਆਂ ਨੇ ਬੰਦੇ ਨੂੰ। ਭਰਮ ਹੈ ਜੋ ਅਸਲੀਅਤ 'ਚ ਹੈ ਨਹੀਂ, ਉਹਦੀ ਲਾਲਸਾ ਲੈ ਕੇ ਬੈਠਾ, ਉਹ ਲੱਭ ਰਿਹਾ ਵਾਂ। ਹੁਣ ਆਪ ਅੰਦਾਜ਼ਾ ਲਾਓ, ਮਾਫੀ ਮੰਗਾਂਗਾ, ਸ਼ਰਾਬ ਵਿੱਚੋਂ ਲੋਕੀ ਸੁੱਖ ਲੱਭ ਰਹੇ ਨੇ, ਇਸ ਤੋਂ ਵੱਡਾ ਭਰਮ ਕੀ ਹੋਏਗਾ? ਨਸ਼ੇ ਨੇ ਕਦੀ ਕਿਸੇ ਨੂੰ ਸੁੱਖ ਦਿੱਤਾ ਹੈ? ਸਾਇੰਟਿਫਿਕ ਸਟੱਡੀ ਇਹ ਕਹਿੰਦੀ ਹੈ 1000 ਟੌਕਸਿਕਸ ਅਲਕੋਹਲ ਐਥਨਲ ਕੈਮੀਕਲ ਕੱਲਾ ਕੈਰੀ ਕਰਦਾ। ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਨਹੁੰ ਤੱਕ ਨੁਕਸਾਨ ਜੁਦਾ ਹੈ।
ਬੰਦਾ ਕਿਵੇਂ ਕਮਲਾ ਹੋਇਆ। ਹਰ ਚੌਥਾ ਫਿਊਨਰਲ ਕੈਨੇਡਾ ਦੇ ਵਿੱਚ ਡਿਊ ਟੂ ਅਲਕੋਹਲ ਹੁੰਦਾ। ਕੈਨ ਯੂ ਬਲੀਵ? Directly and indirectly, this substance is involved in every fourth death in Canada. It's in black and white. And still people are so crazy. ਇਹੀ ਭਰਮ ਦੀ ਦਸ਼ਾ ਹੈ। ਜਿੱਥੋਂ ਜਿਹਨੂੰ ਸਾਹਿਬ ਨੇ ਬਾਣੀ ਲਿਖਿਆ ਨਾ, ਬਾਣੀ ਸਾਹਿਬ ਜ਼ਿਕਰ ਕਰਦੇ, ਰਾਖ ਲਿਓ ਇਹ ਬਿਖਈ ਜੀਓ ਦੇਖਾ ਆਪਣਾ ਨਾਉ। ਮਾਲਕ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਮਾਲਕਾ ਮੇਰੇ ਤੇ ਭਰੋਸਾ ਨਾ ਕਰੀ। ਬਿਲਕੁਲ ਨਹੀਂ, ਮੈਂ ਤੇ ਬੜਾ ਵਿਖਿਆਦੀ ਹਾਂ, ਜ਼ਹਿਰ ਖਾਣ ਵਾਲਾ, ਮੇਰੇ ਤੇ ਭਰੋਸਾ ਕਰੇਗਾ ਮੈਂ ਤੇ ਜ਼ਹਿਰ ਖਾ ਕੇ ਮਰਿਆ ਕਿ ਮਰਿਆ। ਰਾਖ ਲਿਓ ਇਹ ਬਿਖੀ ਜੀਓ ਦੇਖਾ ਆਪਣਾ ਨਾਉ, ਜਾਂਤੇ ਨਾ ਹੀ ਕੋ ਸੁਖੀ ਤਾਂ ਕਹਿ ਪਾਛੈ ਜਾਓ। ਜਿਹਦੇ ਤੋਂ ਅੱਜ ਤੱਕ ਕਿਸੇ ਦੇ ਘਰ ਦਾ ਦੀਵਾ ਨਹੀਂ ਨਾ ਬਲਿਆ, ਮੈਂ ਉਹਦੇ ਮਗਰ ਭੱਜ ਰਿਹਾ। ਭਰਮ ਇਹ ਹੈ, ਭਟਕ ਰਿਹਾ ਬੰਦਾ। ਨਾਮ ਜਿਹੜਾ ਨਾ, ਨਾਮਦਾਨ ਦਾ ਉਹ ਜਿਹੜਾ ਦੁੱਖ ਦਰਦ ਕਾ ਹੰਤਾ ਬਣਦਾ, ਉਹ ਸੋਝੀ ਦੇ ਦਿੰਦਾ। ਕਿਹਨੂੰ ਸੁੱਖ ਮਿਲਿਆ ਅੱਜ ਤੱਕ? ਇਸ ਤੋਂ ਅਗਲੇ ਪੜਾਅ ਵਿੱਚ ਆ ਜੀ ਭਰਮ ਦੀ ਦਸ਼ਾ ਦੇ ਵਿੱਚ ਬੰਦਾ ਨਰੋਲ। ਦੇਖੋ ਮਾਇਆਵੀ ਜਿਹੜੀ ਲੋੜ ਹੈ ਸਾਡੀ, ਇਹ ਸਾਨੂੰ ਆਪਣੀਆਂ ਲੋੜਾਂ ਥੋੜਾਂ ਦੇ ਮੁਤਾਬਕ ਸੈੱਟ ਕਰਨੀ ਪਏਗੀ। ਲੇਟਰ ਔਰ ਸੂਨਰ ਸਾਨੂੰ ਹੈਵ ਟੂ ਡਿਸਾਈਡ ਕਰਨਾ ਪਏਗਾ ਵੀ ਇਹ ਮੇਰੀ ਲੋੜ ਹੈ ਤੇ ਮੈਨੂੰ ਇਸ ਮੁਤਾਬਕ। ਪਰ ਇੱਕੋ ਹੀ ਬੰਦੇ ਨੇ ਰਾਗ ਅਪਣਾਇਆ ਹੋਏ, ਫਿਰ ਰਾਤ ਦਿਨ ਪੈਸਾ 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 ਪੈਸਾ। ਆਖਰਕਾਰ ਇਹੋ ਜਿਹੀ ਮਾਇਆਵੀ ਸੋਚ ਕਿੱਥੇ ਲੈ ਕੇ ਜਾਏਗੀ? ਭਰਮ ਹੀ ਹੈ ਬੰਦੇ ਨੂੰ ਵੀ ਵੱਧ ਅਮੀਰ ਹੋਵਾਂਗਾ ਤੇ ਵੱਧ ਸੁਖੀ ਹੋਵਾਂਗਾ। ਹਾਲਤ ਐਸੀ ਕੁਝ ਨਹੀਂ ਹੈਗੀ। ਹਕੀਕੀ ਰੂਪ ਦੇ ਵਿੱਚ ਜਦੋਂ ਸਰਮਾਇਆ ਵੱਧਦਾ ਹੈ, ਬੰਦੇ ਨੂੰ ਸਵਾਏ ਵਿਲਾਸਤਾ ਦੇ ਜੀਵਨ ਤੋਂ ਹੋਰ ਕੁਝ ਨਹੀਂ ਸੋਭਦਾ। ਸਾਡੇ ਸ਼ਹਿਰ ਦੇ ਵਿੱਚ ਬੜੇ ਹਾਈਲੀ ਐਜੂਕੇਟਡ ਸ਼ਖਸ ਨੇ, ਲਾ ਸੁਸਾਇਟੀ ਦੇ ਵਿੱਚ ਇਨਵੋਲਵ ਨੇ। 1970 ਦੇ ਵਿੱਚ ਆਲਮੋਸਟ 66-67 ਦੇ ਵਿੱਚ ਆਏ ਤੇ ਉਸ ਤੋਂ ਬਾਅਦ ਇਨਵੋਲਵ ਹੋ ਗਏ। ਇੰਨੇ ਸਮੇਂ ਤੋਂ ਬੰਦਾ ਐਡੀ ਵੱਡੀ ਸੁਸਾਇਟੀ 'ਚ ਇਨਵੋਲਵ ਤੇ ਇੰਨਾ ਸਰਮਾਇਆ ਬੇਇੰਤਹਾ ਦਾ। ਉਹ ਬਾਈ ਚਾਂਸ ਜਦੋਂ ਮੈਂ ਇੱਥੇ ਆਇਆ ਤੇ ਮੈਨੂੰ ਇੱਕ ਦੋ ਵਾਰੀ ਉਹਨਾਂ ਨਾਲ ਮੁਲਾਕਾਤ ਦਾ ਮੌਕਾ ਬਣਿਆ, ਫਿਰ ਮੁੜ ਕੇ ਸਾਂਝ ਬਣ ਗਈ ਕਾਫੀ ਜ਼ਿਆਦਾ। ਮੈਂ ਇੱਕ ਵਾਰੀ ਇੱਕ ਸ਼ਖਸ ਨੂੰ ਨਾਲ ਲੈ ਕੇ, ਕੋਈ ਸੱਜਣ ਲਿਟੀਗੇਸ਼ਨ ਦਾ ਕੋਈ ਇਸ਼ੂ ਸੀਗਾ ਤੇ ਉਹ ਐਡਵਾਈਸ ਕਰਨਾ ਸੀ, ਤੇ ਉਹ ਲੈ ਕੇ ਗਏ ਉੱਥੇ ਗਏ ਤੇ ਉਹ ਮੈਨੂੰ ਜਦੋਂ ਸਾਨੂੰ ਓਰੀਐਂਟੇਸ਼ਨ ਦੇ ਰਹੇ ਨੇ ਆਪਣੇ ਘਰ ਦੇ ਚੋਂ, ਘਰ ਮਿਊਜ਼ੀਅਮ ਬਣਾਇਆ ਪੂਰੇ ਦਾ ਪੂਰਾ ਉਹਨਾਂ ਨੇ। ਉਹ ਕਹਿੰਦੇ ਜੀ ਆਹ ਗੜਵਾ ਜਿਹੜਾ ਹੈਗਾ ਇਹ ਅਸੀਂ ਆਕਸ਼ਨ ਤੋਂ ਲੈ ਕੇ ਆਏ ਸੀਗੇ, ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ, ਇੰਗਲੈਂਡ ਤੋਂ ਖਰੀਦਿਆ ਸੀਗਾ। ਆਹ ਜਿਹੜੀ ਪੋਥੀ ਹੈਗੀ ਇਹ ਹੱਥ ਲਿਖਤ ਹੈਗੀ ਹੈ, ਜੌਨਪੁਰ ਤੋਂ, ਓਰੀਜਨਲ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਈਨ ਨੇ ਇਹਦੇ ਤੇ। ਇਹੋ ਜਿਹੀਆਂ ਚੀਜ਼ਾਂ ਦਿਖਾ ਰਿਹਾ। ਜਿਹੜੇ ਸੱਜਣ ਮੇਰੇ ਨਾਲ ਸੀਗੇ ਨਾ, ਉਹ ਥੋੜੇ ਜਿਹਨੂੰ ਕਿਹਾ ਜਾਏ ਕਿ ਬੜੇ ਸਟ੍ਰੇਟ ਫਾਰਵਰਡ, ਜਿਹੜੇ ਸਿੱਧੇ ਸਪਸ਼ਟਵਾਦੀ ਜਿਹੇ ਬੰਦੇ ਸੀਗੇ। ਤੇ ਉਹ ਮਾੜੇ ਜਿਹੇ ਸੱਜੇ ਖੱਬੇ ਹੋਏ ਤੇ ਉਹ ਕਹਿੰਦੇ ਕਿਹੋ ਜਿਹਾ ਬੰਦਾ ਹੈ, ਕਿੰਨਾ ਪੈਸਾ। ਜਦੋਂ ਉਹਨੇ ਪ੍ਰਾਈਸ ਟੈਗ ਦੱਸਿਆ ਵੀ ਇਹ ਗੜਵੇ ਦੀ ਇੰਨੇ 1000 ਪਾਉਂਡ ਦੇ ਕੇ ਤੇ ਗੜਵਾ ਇਕੱਲਾ ਮੈਂ ਆਕਸ਼ਨ ਤੋਂ ਖਰੀਦਿਆ ਹੈਗਾ। ਇਹ ਜਿਹੜੀ ਪੋਥੀ ਹੈਗੀ ਇਹਦੇ ਵਾਸਤੇ ਮੈਂ ਕੋਈ 15,000 ਅਮਰੀਕਨ ਡਾਲਰ ਪੇ ਕੀਤੇ ਨੇ। ਉਹ ਕਹਿੰਦੇ ਕਮਾਲ ਹੋ ਗਈ, ਬੰਦੇ ਨੇ ਇੰਨਾ ਪੈਸਾ, ਇੰਨਾ ਸਰਮਾਇਆ ਇਹਨਾਂ ਚੀਜ਼ਾਂ ਤੇ ਖਰਚ ਦਿੱਤਾ। ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ। ਉਹ ਆ ਗਏ, ਸੁਣ ਲਿਆ, ਕਿਤੇ ਸੁਣ ਲਿਆ ਉਹਨਾਂ ਨੇ। ਉਹ ਕਹਿੰਦੇ ਤੁਹਾਨੂੰ ਦੱਸਾਂ, ਜੇ ਇਹਨਾਂ ਚੀਜ਼ਾਂ ਤੇ ਨਾ ਖਰਚਦਾ ਤੇ ਫਿਰ ਕਿੱਥੇ ਖਰਚਣਾ ਸੀ ਮੈਂ? ਵਿਲਾਸਤਾ ਜੀਵਨ ਦੇ ਉੱਤੇ, ਕਿਤੇ ਡਾਊਨਟਾਊਨ ਦੇ ਵੱਡੇ ਹੋਟਲਾਂ ਦੇ ਕਮਰਿਆਂ ਤੇ, ਕਿਤੇ ਦੁਨੀਆ ਭਰ ਦੇ ਵੱਖਰੇ ਵੱਖਰੇ ਬੀਚਾਂ ਤੇ। ਕਹਿੰਦੇ ਮੈਨੂੰ ਪਤਾ ਸੀਗਾ ਸਰਮਾਏ ਦਾ ਰੱਬ ਜੀ ਨੇ ਪ੍ਰਣਾਲਾ ਖੋਲਤਾ। ਹੁਣ ਮੈਨੂੰ ਪਤਾ ਹੈ, ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ, ਸਭ ਜ਼ਿਕਰ ਕਰਦੇ, ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ। ਇਹਨਾਂ ਰੰਗੀਨੀਆਂ 'ਚ ਗਵਾਚੋ ਤੁਸੀਂ, ਬਸ ਸਭ ਜ਼ਿਕਰ ਕਰਦੇ, ਲੋੜ ਹੀ ਨਹੀਂ ਕਿਸੇ ਹੋਰ ਚੀਜ਼ ਦੀ। ਤੁਹਾਡਾ ਦੁਸ਼ਮਣ ਬਾਹਰੋਂ ਚਾਹੀਦੇ ਨਹੀਂ ਤੁਹਾਨੂੰ, ਤੁਹਾਡਾ ਧਨ ਹੀ ਤੁਹਾਡਾ ਦੁਸ਼ਮਣ ਹੈ, ਤੁਹਾਡਾ ਜੋਬਨ ਹੀ ਤੁਹਾਡਾ ਦੁਸ਼ਮਣ ਹੈ। ਇਹੀ ਅਲਾਮਤ ਬਣ ਜਾਂਦਾ। ਕਹਿੰਦਾ ਜੀ ਤੁਹਾਨੂੰ ਦੱਸਾਂ, ਇਹਨਾਂ ਚੀਜ਼ਾਂ ਨੇ ਬਚਾਇਆ। ਇੰਟਰਸਟ ਬਦਲ ਲਏ, ਧਾਰਮਿਕ ਬਣਾ ਲਏ। ਮੁੜ ਕੇ ਉਹ ਲੈ ਗਏ ਕਮਰੇ ਦੇ ਵਿੱਚ, ਆਪਣੇ ਬੱਚਿਆਂ ਬਾਰੇ ਦਿਖਾਏ। ਆਹ ਸਿੱਖੀ ਸਰੂਪ ਵਿੱਚ ਬੱਚਾ ਆਹ ਡਾਕਟਰ ਬਣ ਗਿਆ, ਆਹ ਸਿੱਖੀ ਸਰੂਪ ਵਿੱਚ ਬੱਚਾ ਫਲਾਂ ਜਗ੍ਹਾ ਤੇ ਚਲਾ ਗਿਆ। ਘਰ ਦਾ ਮਾਹੌਲ ਬਦਲਿਆ। ਇਹ ਹੈ ਮਾਇਆ। ਸਰਮਾਇਆ ਇਕੱਲਾ ਸੁੱਖ ਦਾ ਸੋਰਸ ਨਹੀਂ ਹੈਗਾ। ਫੈਮਿਲੀ ਵੈਲਿਊਜ਼, ਵੈਲਿਊਜ਼ ਆਫ ਹਿਊਮੈਨਿਟੀ, ਵੈਲਿਊਜ਼ ਆਫ ਸਪਿਰਿਚੁਅਲਿਟੀ, if we are not able to see them, then definitely we are not following the Guru's path at all. ਗੁਰੂ ਸਾਹਿਬ ਸਾਨੂੰ ਦੱਸਦੇ ਸੱਚੇ ਚਰਨ ਸਰੇਵੀ ਹੈ, ਇਹ ਫੁੱਟਪ੍ਰਿੰਟ ਫੋਲੋ ਕਰੀ।
ਐਸਾ ਨਾ ਹੋਏ। ਬੰਦਾ ਕਈ ਵਾਰੀ ਸੋਚਦਾ ਵੀ ਮੈਂ ਅਮੀਰ ਹੋ ਜਾ, ਭਾਈ ਅਮੀਰ ਹੋ ਜਾਏ ਪਰ ਕਰੇਗਾ ਕੀ? ਜੇ ਤੇ ਵਿਲਾਸਤਾ 'ਚ ਗਵਾਚਣਾ ਹੀ ਤੇ ਫਿਰ ਬਰਬਾਦੀ ਆ। ਜੇ ਸਰਮਾਏ ਦਾ ਤੇਰੇ ਜ਼ਿਹਨ ਵਿੱਚ ਕੁਝ ਹੈ ਇਹੋ ਜਿਹਾ ਆਸ਼ਾ, ਦੇਖੋ ਕਰਤਾਰ ਹੈ ਉਹਦੀ ਬਣਾਈ ਸੰਸਾਰ ਦੀ, ਅਸੀਂ ਬਿੱਧ ਵਿੱਚ ਜੀ ਰਹੇ ਹਾਂ। ਡੇ ਬਾਈ ਡੇ ਹਰ ਰੋਜ਼ ਚੜ੍ਹਦੀ ਸਵੇਰ ਦੇ ਨਾਲ ਬਾਣੀ ਦੇ ਆਸ਼ੇ ਤੋਂ ਮਿਸਾਲਾਂ ਆਲੇ ਦੁਆਲੇ ਸਾਡੇ ਤੁਰੀਆਂ ਫਿਰਦੀਆਂ ਨੇ। ਮੇਰੇ ਇੱਕ ਹੋਰ ਮਿੱਤਰ ਨੇ ਇੰਗਲੈਂਡ ਦੇ ਵਿੱਚ, ਬੜੇ ਵੱਡੇ ਬਿਜ਼ਨਸਮੈਨ ਨੇ, ਐਕਚੁਅਲ ਫੈਮਿਲੀ ਮਲੇਸ਼ੀਆ ਤੋਂ ਹੈ, ਤੇ ਉਹ ਸਰਮਾਇਆ ਲੈ ਕੇ ਇੰਗਲੈਂਡ ਆ ਗਏ। ਪੜ੍ਹਿਆ ਲਿਖਿਆ ਸੀਗਾ, ਪ੍ਰੋਪਰਟੀ ਸਾਈਡ ਚਲਾ ਗਿਆ, ਬੇਤਹਾਸ਼ਾ ਮਤਲਬ ਸਰਮਾਏ ਦੀ ਉਸ ਰੰਗ 'ਚ ਚਲਾ ਗਿਆ। ਮੁੜ ਕੇ ਕਹਿੰਦੇ ਦੇਖਿਆ ਕਿ ਹਾਲਤ ਇਹ ਬਣ ਗਈ ਕਿ ਮੇਰਾ ਤੇ ਰਹਿਣ ਸਹਿਣ ਹੀ ਬਦਲ ਗਿਆ। ਮੇਰੇ ਜਿਹੜੇ ਅਸਲ ਮਿੱਤਰ ਦੋਸਤ ਸੀ ਸਾਰੇ ਪਿੱਛੇ ਛੁੱਟ ਗਏ। ਹਾਲਤ ਸਾਰੀ, ਇੱਕ ਦਿਨ ਐਸਾ ਆਇਆ ਮੈਂ ਇਤਨਾ ਡਿਪਰੈਸਡ ਹੋ ਗਿਆ, ਮੈਨੂੰ ਲੱਗਾ ਜ਼ਿੰਦਗੀ ਬੇਮਾਨੀ ਹੋ ਗਈ, ਬੇਕਾਰ ਹੋ ਗਈ। ਫਿਰ ਸੋਚਿਆ ਆਖਿਰਕਾਰ ਹੋਇਆ ਤੇ ਹੋਇਆ ਕਿਵੇਂ ਹੈ। ਜਦੋਂ ਪਿੱਛੇ ਮੁੜ ਕੇ ਦੇਖਿਆ ਮੈਂ ਉਹ ਸਾਰੇ ਕੰਮ ਛੱਡ ਦਿੱਤੇ ਜੋ ਇੱਕ ਮਨੁੱਖ ਤੇ ਸਿੱਖ ਨੂੰ ਕਰਨੇ ਚਾਹੀਦੇ ਨੇ। ਕਹਿੰਦੇ ਵਾਪਸ ਪਰਤ ਆਇਆ, ਗੁਰਦੁਆਰੇ ਦੀ ਹਾਜ਼ਰੀ ਹੋ ਗਈ ਸ਼ੁਰੂ, ਲੰਗਰ 'ਚ ਸੇਵਾ ਕਰਨੀ ਜਾ ਕੇ, ਲਿਟਰਲੀ ਅਜੇ ਵੀ ਕਰਦਾ, ਲੰਗਰ ਬਣਾਉਂਦਾ। ਆਪਣੇ ਬੰਦੇ ਦੀਆਂ ਵੱਡੀਆਂ ਰੈਸਟੋਰੈਂਟ ਚੇਨਸ ਨੇ, ਉੱਥੇ ਹਜ਼ਾਰਾਂ ਬੰਦੇ ਰੋਜ਼ ਕੰਮ ਕਰਦੇ ਨੇ, ਹਜ਼ਾਰਾਂ ਬੰਦੇ ਉਸ ਤਰੀਕੇ ਨਾਲ ਜਿਹੜਾ ਹੈਗਾ ਪੇਰੋਲ ਤੇ ਚੱਲ ਰਹੇ ਨੇ। ਉਹ ਆਪ ਬੰਦਾ ਗੁਰਦੁਆਰਾ ਸਾਹਿਬ ਆ ਕੇ ਲੰਗਰ ਬਣਾ ਰਿਹਾ, ਉਹ ਆਪ ਬੰਦਾ ਸੇਵਾ ਕਰ ਰਿਹਾ ਸਰੂਪ ਦੇ 'ਚ। ਫਿਰ ਉਸ ਤੋਂ ਬਾਅਦ ਗੁਰਬਤ ਗਰੀਬੀ ਜਿੱਥੇ ਜਿੱਥੇ ਹੈਗੀ ਏ ਉਹਨਾਂ ਮੁਲਕਾਂ ਦੇ ਉਹਨਾਂ ਜਗ੍ਹਾ ਦੇ ਉੱਤੇ ਜਾ ਕੇ ਲੋਕਾਂ ਦੀ ਸੇਵਾ ਕਰਨੀ, ਇਹ ਸਭ ਚੀਜ਼ਾਂ ਕਰਨੀਆਂ। ਕਹਿੰਦੇ ਗੁਰੂ ਸਾਹਿਬ ਨੇ ਇਹੀ ਸਿਖਾਇਆ ਸੀਗਾ। ਕਹਿੰਦੇ ਮੈਨੂੰ ਅਹਿਸਾਸ ਹੋ ਗਿਆ ਕਿ ਗੁਰੂ ਸਾਹਿਬ ਨੇ ਇਹ ਕਿਹਾ ਕਿ ਦੇਖ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ। ਗੁਰੂ ਸਾਹਿਬ ਨੇ ਇਹ ਕਿਹਾ ਭਾਈ ਗੁਰੂ ਕਾ ਸਿੱਖ ਬਾਣੀ ਪੜ੍ਹਦਾ ਹੈ, ਗੁਰੂ ਕਾ ਸਿੱਖ ਬਾਣੀ ਦੇ ਰਾਹ ਤੇ ਤੁਰਦਾ ਹੈ, ਮੈਂ ਤੁਰ ਰਿਹਾ। ਕਹਿੰਦਾ ਉਹੀ ਜੀਵਨ ਜਿਹੜਾ ਕੁਝ ਸਮਾਂ ਪਹਿਲਾਂ ਬੜਾ ਡਿਪਰੈਸ ਸੀਗਾ, ਬੜਾ ਸੀਗਾ, ਹੁਣ ਉਹੀ ਜੀਵਨ ਪਤਾ ਹੀ ਨਹੀਂ ਲੱਗਦਾ। ਕਹਿੰਦੇ ਬਸ ਸਵੇਰ ਤੋਂ ਉਡੀਕ ਹੁੰਦੀ ਹੈ ਵੀ ਆਹ ਕੰਮ ਕਰਨਾ, ਇਸ ਤਰ੍ਹਾਂ ਕਰਨਾ, ਫਲਾਂ ਕੰਮ ਕਰਨਾ, ਇਸ ਰੂਪ ਦੇ ਬਾਕੀ ਸਾਰਾ ਬਿਜ਼ਨਸ ਵਗੈਰਾ ਕਹਿੰਦੇ ਇਟਸ ਹੈਪਨਿੰਗ, ਸਾਰਾ ਚੱਲ ਰਿਹਾ ਆਪਣੇ ਆਪ। ਮੈਂ ਕਿਸੇ ਜੀਵਨ ਦੇ ਅਸਲ ਖਜ਼ਾਨੇ ਵਾਲੇ ਪਾਸੇ ਵੱਧ ਰਿਹਾ ਹਾਂ। ਹਾਲਾਂਕਿ ਜਦੋਂ ਉਹਦੇ ਘਰ ਜਾਓ ਤੁਸੀਂ, ਘਰ ਉਹਦੇ ਬੜੇ ਚੈਲੰਜਸ ਨੇ ਬੱਚਿਆਂ ਦੇ ਨਾਲ ਹੋਰ, ਪਰ ਉਹ ਆਪ ਜੀਵਨ ਦੇ ਰੰਗ 'ਚ ਰੰਗਿਆ ਹੋਇਆ। ਇਹਨੂੰ ਸਾਹਿਬ ਨੇ ਕਿਹਾ ਸੱਚੇ ਚਰਨ ਸਰੇਵੀ ਹੈ ਭਾਈ, ਭ੍ਰਮ ਭਉ ਹੋਵੈ ਨਾਸ, ਭਟਕ ਨਾ ਜਾਈ ਤੇ ਭਉ ਡਰ ਵਿੱਚ ਵੀ ਨਾ ਆਈ। ਡਰ ਵੀ ਅਜੀਬ ਦਸ਼ਾ ਦਾ ਹੈ। ਸਭ ਤੋਂ ਵੱਡਾ ਡਰ ਇਹ ਹੈ ਅੱਜ ਰੋਜ਼ਗਾਰ ਹੈ, ਕੱਲ ਪਤਾ ਨਹੀਂ ਹੋਵੇਗਾ ਕਿ ਨਹੀਂ ਹੋਵੇਗਾ। ਅੱਜ ਮੇਰੇ ਕੋਲ ਹੈ ਖਾਣ ਨੂੰ, ਕੱਲ ਪਤਾ ਨਹੀਂ। ਇਸ ਚੀਜ਼ ਤੇ ਜੀ ਬੰਦਾ ਬੜਾ ਯਰਕ ਰਿਹਾ, ਬੜਾ ਡਰ ਰਿਹਾ, ਬੜੀ ਇੱਕ ਅਜੀਬ ਹਾਲਤ ਵਿੱਚ ਆ। ਕੁਝ ਵਰੇ ਪਹਿਲਾਂ ਦੀ ਗੱਲ ਆ, ਮੈਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਲਗਾਤਾਰ 1 ਮਹੀਨਾ ਗੁਰੂ ਸਾਹਿਬ ਦੀਆਂ ਉਦਾਸੀਆਂ ਤੇ ਵਿਆਖਿਆ ਕੀਤੀ। ਕਦੀ ਕਦੀ ਸਮਾਂ ਬਣਦਾ ਇਸ ਰੂਪ ਦੇ 'ਚ, ਮੈਂ ਕਿਹਾ ਵੀ ਚਲੋ ਬੜੀ ਮੁਸ਼ੱਕਤ ਦਾ ਕੰਮ ਹੁੰਦਾ ਕਿ ਸਾਰਾ ਤੁਸੀਂ ਉਸ ਤਰੀਕੇ ਨਾਲ ਕਰਕੇ, ਥੋੜ੍ਹਾ ਮੇਰਾ ਇਹ ਵੀ ਹੈਗਾ ਕਿ ਬੜੇ ਸਫਿਸਟੀਕੇਟਡ ਵੇ ਦੇ ਨਾਲ, ਬੜੇ ਥੋੜ੍ਹਾ ਪਰਫੈਕਸ਼ਨਿਸਟ ਕਾਈਂਡ ਆਫ ਬਿਹੇਵੀਅਰ ਹੈ। ਬਹੁਤਾ ਚੰਗਾ ਨਹੀਂ ਹੁੰਦਾ ਹੈ, ਪਰ ਹੁੰਦਾ ਵੀ ਜੇ ਚੀਜ਼ ਬਿਆਨ ਕਰਨੀ ਹੈ ਤੇ ਆਈ ਹੈਵ ਟੂ ਬੀ ਵੈਰੀ ਐਕਚੁਅਲੀ ਟੂ ਦਾ ਪੁਆਇੰਟ ਐਂਡ ਵੈਰੀ ਓਨ ਡਾਟਾ ਐਂਡ ਐਵਰੀਥਿੰਗ ਸ਼ੁੱਡ ਬੀ ਪ੍ਰੋਪਰਲੀ। ਸੋ ਉਹਦੇ ਉੱਤੇ ਬਾਤ ਹੋਈ, ਕਾਫੀ ਸੰਗਤ ਦੇ ਬੜਾ ਵੱਡਾ ਆਊਟਕਮ ਹੋਇਆ ਉੱਥੇ। ਸਾਡੇ ਕੋਲ ਬੜੇ ਸਿਆਣੇ ਮਿੱਤਰ ਲੋਕ ਵੀ ਆਏ, ਉਹ 'ਚ ਇੱਕ ਸਾਡੇ ਮਿੱਤਰ ਵਕੀਲ ਨੇ, ਤੇ ਉਹ ਆਏ ਤੇ ਉਹ ਕਹਿੰਦੇ ਵੀ ਗੁੱਸਾ ਨਾ ਕਰਿਓ, ਗਾਲਬਨ 60,000 ਮੀਲ ਦਾ ਪੈਦਲ ਸਫ਼ਰ ਤੈਅ ਕੀਤਾ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ। ਛੋਟਾ ਸਫ਼ਰ ਨਹੀਂ, ਬੜਾ ਵੱਡਾ ਹੈਗਾ ਇਸ ਤਰੀਕੇ ਨਾਲ। ਕਹਿੰਦੇ ਗੱਲ ਇਹ ਹੈ ਵੀ ਸਫ਼ਰ ਤੁਸੀਂ ਵੀ ਕਾਫੀ ਕਰਦੇ ਹੋ। ਮੈਂ ਸਿੰਪਲ ਲੈਵਲ ਤੇ ਸਵਾਲ ਤੁਹਾਡੇ ਤੋਂ ਇਹ ਪੁੱਛਦਾ, ਇੱਥੋਂ ਨਿਊਯਾਰਕ ਜਾਣਾ ਹੋਏ, ਤੁਹਾਡੀ ਸਵੇਰੇ ਫਲਾਈਟ ਹੋ ਨਿਊਯਾਰਕ ਦੀ, ਤੇ ਕੋਈ ਪ੍ਰੀ ਅਰੇਂਜਮੈਂਟ ਕਰਦੇ ਹੋ? ਮੈਂ ਕਹਿੰਦੀ ਬਿਲਕੁਲ ਕਰਦਾ। ਪ੍ਰੀ ਅਰੇਂਜਮੈਂਟ ਦੀ ਹਾਲਤ ਇਹ ਹੁੰਦੀ ਹੈ ਕਿ ਇੱਥੋਂ ਜਾਣ ਤੋਂ ਪਹਿਲਾਂ ਬਿਲਕੁਲ ਤੈਅ ਹੁੰਦਾ ਹੈ ਕਿ ਏਅਰਪੋਰਟ ਤੋਂ ਬਾਹਰ ਨਿਕਲਦਿਆਂ ਨਾਲ ਕਿਸ ਬੰਦੇ ਨੇ ਮੈਨੂੰ ਚੱਕਣਾ, ਪਹਿਲਾ ਅਰੇਂਜਮੈਂਟ। ਜੇ ਕੋਈ ਬੰਦਾ ਔਨ ਟਾਈਮ ਮੇਰੇ ਜਾਣ ਤੋਂ ਪਹਿਲਾਂ ਉੱਥੇ ਮੌਜੂਦ ਤੇ ਮੁਯੱਸਰ ਨਹੀਂ ਹੋ ਸਕਦਾ, ਦੈਨ ਆਈ ਐਮ ਨੋਟ ਗੋਨਾ ਵੇਟ। ਮੈਂ ਟੈਕਸੀ ਲੈ ਕੇ ਚਲੇ ਜਾਣਾ, ਕਿਉਂਕਿ ਮੇਰੇ ਲਈ ਹਾਰਡ ਹੈ ਕਿ ਮੈਂ ਵੇਟ ਕਰਾਂ ਏਅਰਪੋਰਟ ਤੇ ਖੜਾ ਹੋ ਕੇ। ਦੂਜੇ ਨੰਬਰ ਦੇ ਉੱਤੇ ਜਿੱਥੇ ਮੈਂ ਠਹਿਰਨਾ ਹੈਗਾ, ਮੇਰੀ ਰਿਹਾਇਸ਼ ਦਾ ਇੰਤਜ਼ਾਮ ਪ੍ਰੋਪਰ ਹੋਣਾ ਚਾਹੀਦਾ। ਅਗਲੇ ਪੜਾਅ ਦੇ ਵਿੱਚ ਜਿਵੇਂ ਮਤਲਬ ਅੱਜ ਤੋਂ ਜੇ 5-7 ਸਾਲ ਪਿੱਛੇ ਚਲੇ ਜਾਈਏ ਤੇ ਮੇਰੇ ਵਾਸਤੇ ਫੋਨ ਦਾ ਐਕਸੈਸ ਹੋਣਾ ਬੜਾ ਜ਼ਰੂਰੀ ਹੈ। ਹੁਣ ਇੰਟਰਨੈਟ ਦਾ ਐਕਸੈਸ ਹੋਣਾ ਬੜਾ ਜ਼ਰੂਰੀ ਹੈ। ਉੱਥੇ ਉਤਰਦਿਆਂ ਨਾਲ ਮੇਰੇ ਕੋਲ ਜਿਹੜੀ ਆ ਉੱਥੋਂ ਦੀ ਚਿੱਪ ਹੋਣੀ ਚਾਹੀਦੀ ਹੈ, ਇੰਟਰਨੈਟ ਹੋਣਾ ਚਾਹੀਦਾ ਹੈਗਾ,
मेरे पिछे फैमिली नाल जिहड़ा साਂਝ संबंध हो जाए। फिर जिथे मैं जाके रहना वगैरह हैगा उत्थे मेरे खाण पाण का इंतजाम सारा कुछ, क्योंकि मैं थोड़ा उस रूप दे हैगा, मेरे जिहड़ा हैगा लॉन्ड्री कौन करेगा, टोटली अरेंजमेंट होएगा। तो जिन्ने दिन रहना प्रॉपर उस तरीके नाल। ते इत्थों जाण तो पहला जिहड़ा आउण वाला जिहड़ी मेरी फ्लाइट है वो सारी बुक करके जावांगा, ये पूरी अरेंजमेंट करके। कहंदे बस ठीक है, हुण आ जाओ बाबा नानक जी दे उत्ते। बाबा नानक जी ने इन्ना सफ़र तय किया, सारा कुछ किया, बोली नहीं आउंदी होनी इलाके च, अजकल तो होटल ने सारा कुछ, उदों सब कुछ। मैं क्या हाँ तुहाडी गल ठीक है, हुण आ जाओ। सरदार इंद्रजीत सिंह तुलसी ने, तुसीं शायद नाम सुनिया होए कदी, बड़े बड़े कवि होए ने। गुरु नानक साहब का सारा जीवन उन्होंने एक प्रगीत च लिखिया, एडा मोटा किताबचा पूरे का पूरा। तुसीं कई बार कुछ लोक गीत सुनते हो ना, फुल्लां विचों फुल गुलाब नहीं सईयो, देसां विचों देस पंजाब, ये उन्हों का लिखिया, ये वो शख्सियत है। काफ़ी होर बहुत अमर रचनावां लिखिया शख्स ने। तो वो उन्होंने कुछ जोड़े काव्यमय टोटे लिखे जो उदासियां लिखिया, क्योंकि मैं वो नाल उन्होंने इहो जिही चीज़ों जो दानिशमंद ने पढ़दा। तो बाई चांस जो उन्होंने बात की तो मैं क्या, मैं तुहानूं इंद्रजीत तुलसी जी के दो बोल सुणाउणा वा। वो जिक्र करदे भी चेते रखी पल्ले कुछ नहीं बनदे पंखी अते दरवेश। साडे मुल्क दीयां गीज उड़दियां ने ऑल द वे साउथ अमेरिका जांदियां ने खुराक खाण वास्ते। कदी तुसीं देखिया होए कि उन्होंने कोई पोटली नाल बन्नी हो चौलां दी, कोई खुराक दी? नो। इन बिन दरवेश जिहड़े ने कहंदे पल्ले कुछ नहीं बनदे पंखी अते दरवेश, जिन्हां नूं तकवा रब ते तिन्हां नूं रिज़क हमेश। जिहड़े करतार दे तकवे ते ने ना, उन्हां नूं रिज़क दी कमी कोई नहीं, रिज़क आफरीन है असल दे विच। बाणी ने सिखाया, बाणी ने क्या जो तेरा बनदा रोल है अदा कर, डरना। असीं रोज वाक पढ़ते हैं, उड़े उड़ आवें सै कोसां तिस पाछै बचरे छरिया, तिन कवन खिलावै कवन चुगावै मन में सिमरन करया। कौन खवा रहा, कौन चुगा रहा? करतार दी बनी हुई बिध आ। अज भी कूंजां दी जिनस आ। बच्चे आंडे दे के किन्ने हज़ारां मील दूर तुर जांदियां ने, मुड़ के वापस परदियां ने, बच्चे पैदा हो चुके होंदे। पर जीवन यापन है। जुनू साहब ने क्या, देख कुम्मी जल में तन तिस बाहर, पंख कीर तिस ना है। कछू कुम्मे की मिसाल दी, पानी विच रह रहा है, आंडे बाहर बरेते च दे रहा है, जिन्नी क रफ्तार है उहदी उस तरीके नाल दिते हुए आंडियां तक वापसी हुंदी नहीं उहदी। पर हाँ उहदे बच्चे आंडियां चों बाहर आउंदे ने, जीवन यापन हुंदा है। कुदरत दा खेड है सारे दी सारी। साहिब महाराज ने एहसास करवाया, बंदे सच्चे चरण सरेवी हैं, जेड़े रियल फुटप्रिंट्स ने फॉलो कर, भ्रम भो होवे नास, खत्म हो जाएगा। भो भी ते जेड़ा सहम भी जिंदगी दा है किसी रूप दे विच। मिल संत सभा मन मांझीए पाई, हर कै नाम निवास। मिल संत सभा मन मांझीए पाई, जे तुसीं बैठे हो इत्थे काम की करना है, मन नूं मांझना। जे मन च कूड़ा करकट रह गया तो फिर तो सब असफल है। मन का सुधार करना इस करके, जिवें कई बार हुंदा, मैं अपने आप नूं कई बारी कहना भी, जे कोई किसी नूं पुछे या तुहाडा मन ही तुहानूं पुछे भी वाई डू आई हैव टू गो गुरुद्वारा, बच्चे पुछदे ने कई बार सानूं, डू आई हैव टू गो गुरुद्वारा, यस बट वाई। बाणी नूं पुछी, बाणी साहब सानूं क्यों इस रूप में सब जिक्र करदे कि इस करके कि ये जिहड़ा साध संग जो तुम्हें मिलायो तो सुनी तुम्हारी बाणी आया। इत्थे बाणी का प्रभाव ते प्रताप आ, ये मन नूं मांजदी है। तुहाडे आपे दे सुधार दे उत्ते तुहानूं जिहड़ी हैगी है उस तरीके नाल तुहानूं प्रयासरत कराउंदी है, तुहानूं मौका प्रोवाइड करदी है, उहदी बात कीती गई। सो सब जिक्र कर रहे, मिल संत सभा मन मांझीए पाई, हर कै नाम निवास, ताकि तुहाडा निवास जिहड़ा है हरि नाम दे विच असल जीवन दे उद्देश वाले पासे वध सको। मिटाए अंधेरा अज्ञानता पाई, कमल होवे प्रगास। मैटाफोरिक लैंग्वेज है। मिटाए अंधेरा अज्ञानता, बाहर हनेरा नहीं इन्ना जिन्ना अंदर हनेरा है बंदे दे। आप एहसास करोगे अज दी दुनिया दे च सब तो वड्डा जिहड़ी पेंडेमिक वर्ल्ड वाइड आ गई है, हाउ टू डील इन रिलेशनशिप्स, दैट इज बिगेस्ट इशू। पीपल डोंट नो हाउ टू डील। रिश्ते किवें निभाने ते किवें चलाने लोकां नूं भुल गए। इत्थों ही सब त्रासदी है। डोमैसटिक एनवायरनमेंट जीरो हो गया, फैमिली इंस्टीट्यूशन खराब हो गया, मैरिज इंस्टीट्यूशन गरक गया। रीजन बिकॉज पीपल डोंट नो हाउ टू डील। फिर ज्ञान रोशनी किन्नी है, अज सारे दिन चढ़ता है, लोग जूं लगते हैं सोशल मीडिया के उत्ते दुनिया भर दियां सिक्ख्यावां भेजण वास्ते ते रिसीव करने वास्ते।
ਇੰਨਾ ਗਿਆਨ ਆ ਤੇ ਬੰਦੇ ਤੇ ਸਕਾਲਰ ਹੋ ਜਾਣਗੇ। ਨੋ, ਇਟਸ ਫੇਕ। ਇਹਨੂੰ ਸਾਹਿਬ ਨੇ ਕਿਹਾ ਸੀਗਾ ਵੀ ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਇਤੇ ਚਾਨਣ ਹੁੰਦੇ ਆ, ਬਸ ਇਹ ਖਤਮ ਹੈ। ਇਹਨੂੰ ਸਾਹਿਬ ਨੇ ਕਿਹਾ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ। ਕੌਲ ਦਾ ਫੁੱਲ ਖਿੜ ਜਾਣਾ, ਕਮਲ ਪ੍ਰਗਾਸ, ਸੋਝੀ ਆ ਜਾਣੀ, ਸੁਰਤਿਆਬ ਹੋ ਜਾਣਾ। ਗੁਰ ਬਚਨੀ ਸੁਖ ਉਪਜੈ ਭਾਈ, ਸਭ ਫਲ ਸਤਿਗੁਰ ਪਾਸ। ਡੋਂਟ ਗੋ ਐਨੀਵੇਅਰ ਐਲਸ। Guru is capable to give you each and everything. Guru can fulfill your each and every need. Just you have to believe in your Guru and Guru's school of thought and try to follow the Guru's footprints. Definitely, you can be blessed by Guru's wisdom. This is the main message Gurus are carrying in these Shabads. Please forgive me for my mistakes and let's say out loud, Vaheguru Ji Ka Khalsa, Vaheguru Ji Ki Fateh.